पढ़िए यशायाह नबी की किताब ਉਹਦਾ 40 ਅਧਿਆਇ ਉਹਦਾ 7 ਤੇ 8 ਵਚਨ पढ़िए। ਘਾਹ ਸੁੱਕ ਜਾਂਦਾ ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ। ਫੁੱਲ ਕੁਮਲਾ ਜਾਂਦਾ ਹੈ। ਬੋਲੋ ਘਾਹ ਕੀ ਹੋ ਜਾਂਦਾ ਜੀ ਤੇ ਫੁੱਲ ਕੀ ਹੋ ਜਾਂਦਾ। ਇਹਦਾ ਮਤਲਬ ਆ ਚਾਹੇ ਜਿਹੜੇ ਮਰਜੀ ਬ੍ਰਾਂਡ ਦਾ ਘਾਹ ਹੋਵੇ, ਕੁਛ ਘਾਹ ਆਪਾਂ ਜੰਗਲੀ ਦੇਖਦੇ ਆ ਜਿਹੜੇ ਆਮ ਸੜਕਾਂ ਤੇ ਹੋਏ ਆ, ਕੁਛ ਬ੍ਰਾਂਡਡ ਘਾਹ ਹੁੰਦਾ ਜਿਹਦੀ ਕੀਮਤ ਹੁੰਦੀ ਹੈ, ਜਿਹੜਾ ਮੁੱਲ ਮਿਲਦਾ ਉਹ ਜਿਹੜਾ ਬਾਗਾਂ ਦੇ ਵਿੱਚ ਲਗਾਇਆ ਜਾਂਦਾ ਔਰ ਬਗੀਚੀਆਂ ਦੇ ਵਿੱਚ ਉਹਨੂੰ ਪਰਸਨਲ ਬੀਜਿਆ ਜਾਂਦਾ ਹੈ ਔਰ ਉਹਦੀ ਵੈਲਿਊ ਬਹੁਤ ਹੁੰਦੀ ਹੈ। ਉਹ ਵੀ ਕੀ ਹੁੰਦਾ, ਉਹ ਵੀ ਸੁੱਕ ਜਾਂਦਾ। ਜੰਗਲੀ ਵੀ ਸੁੱਕ ਜਾਂਦਾ ਹੈ ਤੇ ਜਿਹਦੀ ਵੈਲਿਊ ਆ ਉਹ ਵੀ ਸੁੱਕ ਜਾਂਦਾ ਹੈ। ਤੇ ਫੁੱਲ ਕੀ ਹੋ ਜਾਂਦਾ, ਕੁਮਲਾ ਜਾਂਦਾ ਹੈ। ਫੁੱਲ ਜਿੰਨਾ ਮਰਜੀ ਸੋਹਣਾ ਹੋਵੇ, ਜਿੰਨੀ ਮਰਜੀ ਉਹਦੀ ਖੁਸ਼ਬੂ ਹੋਵੇ, ਜਿੰਨਾ ਮਰਜੀ ਉਹ ਟਹਿਕਦਾ ਹੋਵੇ, ਚਹਿਕਦਾ ਹੋਵੇ। ਹੁਣ ਇੱਧਰ ਦੇਖੀਏ, ਮੇਰੀ ਗੱਲ ਸੁਣੀਏ ਧਿਆਨ ਨਾਲ। ਫੁੱਲ ਜਿੰਨਾ ਮਰਜੀ ਸੋਹਣਾ ਹੋਵੇ ਪਰ ਉਹ ਵੀ ਕੀ ਹੋ ਜਾਂਦਾ, ਝੜ ਜਾਂਦਾ, ਕੁਮਲਾ ਜਾਂਦਾ ਹੈ। ਇਹ ਕੌਣ ਹੈ, ਘਾਹ ਕੌਣ ਹੈ? ਘਾਹ ਇਨਸਾਨ ਨੂੰ ਯਸ਼ਾਇਆ ਕਹਿ ਰਿਹਾ ਹੈ। ਘਾਹ ਕਿਹੜੇ ਲੋਕ, ਜਿਹੜੇ ਛੋਟੀਆਂ ਪਦਵੀਆਂ ਦੇ ਲੋਕ ਜਾਂ ਜਿਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ, ਉਹ ਵੀ ਕੁਮਲਾ ਜਾਂਦੇ ਹੈ, ਉਹਨੇ ਵੀ ਚਲੇ ਜਾਣਾ ਧਰਤੀ ਤੋਂ। ਤੇ ਜਿਹੜੇ ਫੁੱਲ ਦੀ ਮਾਨੀ ਦਾ ਆਪਣੇ ਨੂੰ ਸਮਝਦੇ ਖਾਸ ਸਿਆਸੀ ਸਪੈਸ਼ਲ ਹੈ, ਸਾਡੀ ਵੈਲਿਊ ਹੈ, ਅਸੀਂ ਪੜ੍ਹੇ ਲਿਖੇ ਹਾਂ। ਤੇ ਯਸ਼ਾਇਆ ਪ੍ਰਕਾਸ਼ ਦੀ ਗੱਲ ਲਿਖਦਾ ਇੱਥੇ, ਕਹਿੰਦਾ ਉਹ ਵੀ ਕੀ ਹੋ ਜਾਂਦਾ, ਉਹ ਵੀ ਕੁਮਲਾ ਜਾਂਦਾ। ਮੰਨ ਲਓ ਵੈਲਿਊ ਦੋਨਾਂ ਦੀ ਸੇਮ ਹੀ ਹੈ। ਘਾਹ ਸੁੱਕ ਜਾਂਦਾ ਤੇ ਫੁੱਲ ਕੀ ਹੋ ਜਾਂਦਾ। ਬਾਈਬਲ 'ਚ ਬੜੇ ਕਿਰਦਾਰ ਹੋਏ, ਬੜੇ ਉਹ ਲੋਕ ਹੋਏ ਜਿਨ੍ਹਾਂ ਨੇ ਕੋਲ ਕੁਛ ਵੀ ਨਹੀਂ ਸੀ, ਜਿਨ੍ਹਾਂ ਨੂੰ ਤੁੱਛ ਗਿਣਿਆ ਗਿਆ, ਜਿਨ੍ਹਾਂ ਨੂੰ ਕੋੜੀ ਕਹਿ ਕੇ ਸਮਾਜ ਤੋਂ ਕੱਢ ਦਿੱਤਾ ਗਿਆ, ਜਿਨ੍ਹਾਂ ਨੂੰ ਬਿਮਾਰ ਸਮਝ ਕੇ ਛੱਡ ਦਿੱਤਾ ਗਿਆ। ਦੱਬੇ ਕੁਚਲੇ ਲੋਕ ਉਹ ਵੀ ਚਲੇ ਗਏ ਦੁਨੀਆ ਤੋਂ। ਤੇ ਜਿਹੜੇ ਤਗੜੇ ਲੋਕ ਸੀ, ਰਾਜੇ ਲੋਕ, ਵੱਡੀਆਂ ਵੱਡੀਆਂ ਬੁਲੰਦੀਆਂ ਹਾਸਲ ਕਰਨ ਵਾਲੇ ਲੋਕ, ਜਿਹੜੇ ਫੁੱਲ ਦੀ ਮਾਨੇ ਸੀ, ਜਿਨ੍ਹਾਂ ਦੀ ਵੈਲਿਊ ਸੀ ਬਹੁਤ ਜ਼ਿਆਦਾ ਸਮਾਜ ਵਿੱਚ, ਉਹ ਵੀ ਕੀ ਹੋ ਗਏ, ਉਹ ਵੀ ਚਲੇ ਗਏ। ਇਸ ਕਰਕੇ ਯਸ਼ਾਇਆ ਨਬੀ ਲਿਖਦਾ, ਕਹਿੰਦਾ ਘਾਹ ਕੀ ਹੋ ਜਾਂਦਾ ਜੀ, ਸੁੱਕ ਜਾਂਦਾ ਹੈ ਤੇ ਫੁੱਲ ਕੀ ਹੋ ਜਾਂਦਾ ਹੈ, ਉਹ ਵੀ ਕੁਮਲਾ ਜਾਂਦਾ ਹੈ। ਅੱਗੇ ਘਾਹ ਸੁੱਕ ਜਾਂਦਾ ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ। ਫੁੱਲ ਕੁਮਲਾ ਜਾਂਦਾ ਹੈ। ਜਦ ਯਹੋਵਾ ਦਾ ਸਾਹ ਜਦ ਯਹੋਵਾ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ ਤਾਂ ਉਸ ਉੱਤੇ ਫੂਕਿਆ ਜਾਂਦਾ ਹੈ। ਸੱਚਮੁੱਚ ਲੋਕ ਘਾਹ ਹੀ ਹਨ। ਬੋਲੋ, ਲੋਕ ਕੀ ਹਨ? ਵਚਨ ਲਿਖਿਆ ਲੋਕ ਕੀ ਹਨ ਜੀ। ਘਾਹ ਹੀ ਹਨ। ਇਹਦਾ ਮਤਲਬ ਮੈਂ ਤੁਹਾਨੂੰ ਜਿਹੜਾ ਪਹਿਲਾ ਪ੍ਰਕਾਸ਼ ਦਿੱਤਾ ਨਾ, ਇਹ ਲੋਕ ਜਿਹੜੇ ਘਾਹ ਹੈ, ਅਸੀਂ ਲੋਕ ਹੈ। ਸੱਚਮੁੱਚ ਯਸ਼ਾਇਆ ਕਹਿੰਦਾ ਹੈ, ਜਦੋਂ ਪਰਮੇਸ਼ਰ ਦਾ ਸਾਹ ਇਹਨਾਂ ਉੱਤੇ ਫੂਕਿਆ ਜਾਂਦਾ ਹੈ ਤੇ ਲੋਕ ਹੀ ਪਰਮੇਸ਼ਰ ਇੱਕ ਵਾਰੀ ਕਰਦਾ ਹੈ, ਸਭ ਮਿਟ ਸਕਦਾ ਹੈ। ਜਦੋਂ ਪਰਮੇਸ਼ਰ ਦਾ ਸਾਹ ਇਹਨਾਂ ਤੇ ਫੂਕਿਆ ਜਾਂਦਾ ਹੈ, ਜਦੋਂ ਗਰਮ ਹਵਾਵਾਂ ਚੱਲਦੀਆਂ ਨੇ, ਧੁੱਪਾਂ ਪੈਂਦੀਆਂ ਨੇ, ਤੇ ਘਾਹ ਕੀ ਹੋ ਜਾਂਦਾ ਹੈ। ਇਹਦੇ ਇਨਸਾਨਾਂ ਉੱਤੇ ਵੀ ਹੈ। ਜਦੋਂ ਪਰਮੇਸ਼ਰ ਦਾ ਸਾਹ ਇਹਨਾਂ ਤੇ ਫੂਕਿਆ ਜਾਂਦਾ ਹੈ ਤੇ ਇਨਸਾਨ ਘਾਹ ਦੀ ਜਿਹੜੀ ਮਾਨਿਅਤਾ ਆ, ਇਹ ਕੀ ਹੋ ਜਾਂਦੇ ਆ, ਸੁੱਕ ਜਾਂਦੇ ਆ। ਇਹ ਵੈਲਿਊ ਹੈ ਸਾਡੀ, ਇਹ ਸਾਡੀ ਤਸਵੀਰ ਹੈ, ਇਹ ਆ ਸੀ। ਸਮਝ ਲੱਗੀ? ਫਿਰ ਅਸੀਂ ਕਿਉਂ ਇਸ ਤਰ੍ਹਾਂ ਮੈਂ ਸੋਚ ਰਿਹਾ ਕਿ ਸ਼ਾਇਦ ਮੈਂ ਇੱਥੇ ਬਹੁਤ ਸਮੇਂ ਲਈ ਜੀਵਾਂਗਾ। ਇਨਸਾਨ ਫਿਰ ਕਿਉਂ ਇੰਨਾ ਸੋਚਦਾ ਹੈ ਕਿ ਮੈਂ ਪਤਾ ਨਹੀਂ ਕੀ ਹਾਂ ਜਾਂ ਮੈਂ ਕੀ ਬਣ ਗਿਆ ਹਾਂ, ਮੇਰੀ ਇੰਨੀ ਵੈਲਿਊ, ਮੈਂ ਇੰਨਾ ਹੀਰੋ। और वचन लिखा, हर इंसान, हर आदमी की है, का ही है। ये वैल्यू है, ये सच है। अगे ਘਾਹ ਸੁੱਕ ਜਾਂਦਾ घाह सुक जाता ਅਤੇ ਫੁੱਲ ਕੁਮਲਾ ਜਾਂਦਾ आ ਹੈ। सुनो ध्यान नाल। फिर लिखा यशायाह नबी 8 ਵਿੱਚ 7ਵੀਂ ਇੱਥੋਂ ਸਟਾਰਟ ਕਰਦਾ, 8ਵੀਂ ਇੱਥੋਂ ਸਟਾਰਟ ਕਰਦਾ। ਕਹਿੰਦਾ ਘਾਹ ਵੀ ਸੁੱਕ ਜਾਂਦਾ ਹੈ, ਫੁੱਲ ਵੀ ਕੁਮਲਾ ਜਾਂਦਾ ਹੈ। ਕਦੋਂ?
ਜਦੋਂ ਯਹੋਵਾ ਦਾ ਸਾਹ ਉਹਨਾਂ ਤੇ ਕੀ ਕਰਤਾ ਜਾਂਦਾ ਹੈ, ਫੂਕਿਆ ਜਾਂਦਾ ਹੈ, ਉਹ ਕੁਮੜਾ ਜਾਂਦੇ ਆ, ਉਹ ਸੁੱਕ ਜਾਂਦੇ ਆ। ਲਿਖਿਆ ਪਰਮੇਸ਼ਵਰ ਇੱਕ ਜਗ੍ਹਾ ਤੇ ਲਿਖਿਆ ਆਦਮ ਮਨੁੱਖਾਂ ਨੂੰ ਆਵਾਜ਼ ਮਾਰਦਾ, ਇਹ ਆਦਮ ਮਨੁੱਖਿਓ ਮੁੜੋ, ਤੇ ਇਨਸਾਨ ਕੀ ਹੋ ਜਾਂਦਾ, ਮੁੜ ਜਾਂਦਾ ਉਹਦੇ ਵੱਲ। ਫਿਰ ਅਸੀਂ ਕੌਣ ਬੋਲੋ, ਫਿਰ ਸਾਡਾ ਕੀ ਵਜੂਦ ਹੈ? ਕੀ ਧਰਤੀ ਤੇ ਇਦਾਂ ਦਾ ਕੋਈ ਇਨਸਾਨ ਹੈ ਜਿਹਨੂੰ ਪਰਮੇਸ਼ਰ ਕਹੇ ਆ ਜਾ, ਤੂੰ ਬਹੁਤ ਜ਼ੋਰ ਲਾ ਲਿਆ, ਤੂੰ ਬੜੀ ਬੱਲੇ ਬੱਲੇ ਕਰ ਲਈ, ਆ ਜਾ ਹੁਣ ਇੱਧਰ? ਤੇ ਕੋਈ ਇਨਸਾਨ ਹੈਗਾ ਜਿਹੜਾ ਕਹੇ ਮੈਂ ਨਹੀਂ ਆਉਂਦਾ? ਬੋਲੋ। ਉਹ ਕਾਲ ਕਰੇ, ਇਨਸਾਨ ਕਾਲ ਕਰੇ ਤਾਂ ਅਸੀਂ ਕੱਟ ਦਿੰਦੇ ਹਾਂ ਦੇਖ ਕੇ। ਕਿਉਂ? ਇਨਸਾਨ ਅਗਰ ਸਾਨੂੰ ਕਾਲ ਕਰੇ ਤੇ ਅਸੀਂ ਦੇਖ ਕੇ ਹੀ ਕਰ ਦਿੰਦੇ। ਜਦੋਂ ਪਰਮੇਸ਼ਰ ਨੇ ਕਾਲ ਕੀਤੀ ਕੱਟੋਗੇ? ਫੇਰ ਹੀ ਕੱਟ ਹੁੰਦੀ, ਕਿਉਂਕਿ ਉਹਦਾ ਨੈਟ ਹੀ ਬਹੁਤ ਫਾਸਟ ਹੈ, ਉਹ ਸੁਣਨੀ ਪੈਣੀ ਹੈ ਤੇ ਉਹਨੇ ਆਵਾਜ਼ ਮਾਰਨੀ, ਸਾਨੂੰ ਜਾਣਾ ਹੀ ਪੈਣਾ ਹੈ। ਇਸ ਲਈ ਲਿਖਿਆ ਘਾਹ ਸੁੱਕ ਜਾਂਦਾ ਤੇ ਫੁੱਲ ਕੀ ਹੈ, ਕੁਮੜਾ ਜਾਂਦਾ। ਲਿਖਿਆ ਪਰਮੇਸ਼ਵਰ ਆਦਮ ਮਨੁੱਖਾਂ ਨੇ ਇੱਕ ਜਗ੍ਹਾ ਤੇ ਲਿਖਿਆ ਆਵਾਜ਼ ਮਾਰਦਾ, ਕਹਿੰਦਾ ਮੁੜੋ। ਉਹ ਤਾਕਤ ਰੱਖਦਾ ਹੈ, ਅਧਿਕਾਰ ਰੱਖਦਾ ਮੇਰੇ ਪ੍ਰਿਯੋ। ਅਗਲਾ ਪੁਆਇੰਟ ਪੜ੍ਹੀਏ ਅੱਗੇ। ਪਰ ਸਾਡੇ ਪਰਮੇਸ਼ਰ ਦਾ ਵਚਨ, ਪਰੰਤु ਸਾਡੇ ਪਰਮੇਸ਼ਵਰ ਦਾ ਵਚਨ ਸਦਾ ਦੀ ਕਾਇਮ ਰਹੇਗਾ। ਬੋਲੋ ਹਾਲੇਲੂਇਆ, ਹਾਲੇਲੂਇਆ। परमेश्वर का वचन सदा तक कायम रहेगा, कायम रहेगा। प्रभु का कलाम कायम रहेगा। इंसान का रोग की हो जाएगा, खत्म हो जाएगा। इंसान का वजूद की हो जाएगा, खत्म हो जाएगा। पर परमेश्वर का वचन सदा सदा लिखी रहेगा, कायम रहेगा। और मैं तुम दसना चाहना हाँ, जिहड़े लोग परमेश्वर के वचन को फॉलो करते हैं ना, वो भी सदा सदा लिखी रहेंगे, कायम ही रहेंगे। जिस कंपनी च असीं काम करते हैं, मान लो तुसीं अगर सैमसंग की कंपनी काम करते हो तो सैमसंग तुहानूं किद्दां रखेगा? वो उन्होंने अपनी एक यूनीफॉर्म होंदी है, कपड़े उत्ते टैग लगा होंदा सैमसंग का, पता लगता कि इस कंपनी के बंदे हैं। समझ लगी? तुसीं बाहर किते काम करोगे प्रदेशों च, उत्थे तुहानूं एक हेलमेट मिलिया तां भी कंपनी का स्टिकर होएगा, कपड़े की भी मोहर होंदी है, पता लगता कि उस कंपनी का बंदा है। सेम इदां जिस बंदे के अंदर परमेश्वर का वचन है वो कदे भी नाश नहीं होगा, क्योंकि परमेश्वर की छाप उसके ऊपर लगी हुई है कि वो परमेश्वर का है। लिखिया परमेश्वर का वचन सदा सदा लेके रहता है, कायम रहता है। हजारों विद्वान, हजारों वैज्ञानिक आए ते आगे की हो गए, चले गए, पर परमेश्वर का वचन आज भी मौजूद है। इससे बाइबल का प्रचार करने भी कई चले गए, लेकिन बाइबल आज भी की है, मौजूद है। इसी करके मैं तुहानूं कहना हुंदा कि तुसीं वध तो वध समा परमेश्वर के वचन नूं दिओ, वध तो वध समा परमेश्वर के वचन दे नाल अपनी जिंदगी नूं बतीत करो, रात दिन नूं पढ़ो और अपने जीवन दे विच नूं लागू करो। जो परमेश्वर का कलाम कहता है वो करना शुरू करो, क्योंकि जे वचन कायम रहता है, यहोवा का वचन जे कायम रहता है, तां तुसीं भी की रहते हो, कायम रहते हो। बोलो हालेलुया। याकूब 4 अध्याय करिए, याकूब की पत्री 4 अध्याय बिल्कुल लास्ट में नवे नियम दे विच याकूब 4 अध्याय इसी करके वचन दसदा है तुसीं परमेश्वर के वचन दे विच की रहो, कायम रहो। एक जगह ते परमेश्वर का कलाम कहता है कोई बुद्धिमान अपनी बुद्धि उत्ते मान ना करे, ना जोरावर अपने जोर उत्ते घमंड करे, पर जो ने मान करना ही है लिखिया वो इस गल ते मान करे कि वो यहोवा नूं जानदा है ते परमेश्वर नूं समझदा है। परमेश्वर नूं जानदा भी है ते परमेश्वर नूं समझदा भी है। आज बहुत सारे लोग परमेश्वर नूं जानदे हैं, हाँ परमेश्वर है। तुसीं किसी भी कास्ट के व्यक्ति नाल गल करोगे, चाहे वो कोई भी है, कोई भी व्यक्ति नाल गल करोगे, उनको रब हैगा, उन्हें कहना हैगा है। वो कदे भी नहीं कहेगा कि नहीं है, रब कोई नहीं है। किसी भी इंजीनियर नाल गल करोगे, किसी भी ऑफिसर नाल गल करोगे, और पूछोगे कि परमेश्वर है, वो कहेगा परमेश्वर है।
जानते सारे ही परमेश्वर है, परंतु मुबारक वो लोग जिहड़े परमेश्वर नूं समझदे। समझना बहुत जरूरी है। जानते तो सारे है, उन्होंने समझना बहुत जरूरी है, ਉਹਦੀ ਫੀਲਿੰਗ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਉਹਦੀਆਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਉਹਦੇ ਖਿਆਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਉਹ ਸਭ ਤੋਂ ਕੀ ਚਾਹੁੰਦਾ ਹੈ ਜਾਣਨਾ ਬਹੁਤ ਜ਼ਰੂਰੀ ਹੈ, ਉਹਦੀ ਮਰਜ਼ੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਮਝਣ ਵਾਲੇ ਹੀ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਗੇ। ਜਿਸ ਵੇਲੇ ਧਨੀ ਵਿਅਕਤੀ ਮਰਿਆ ਹੈ, ਜਦੋਂ ਅਬਰਾਹਮ ਦੀਆਂ ਉਹ ਮਿੰਨਤਾਂ ਕਰਦਾ ਹੈ, ਇਹਦਾ मतलब है लिखा उन्हें दूरों देखा अब्राहम ने, उन्हें पछाण क्यों लिया, किद्दां पछाण लिया उन्हें? ਇਹਦਾ मतलब वो अब्राहम के विषय च जानता सी, ਉਹਨੂੰ अब्राहम की शिक्षा सिखाई गई होगी, सुनाई गई होगी, वो जानता सी परमेश्वर नूं, पर समझदा नहीं सी, इसे करके नरक में चला गया। ਜਿਹੜਾ गरीब लाजर सी वो परमेश्वर नूं जानदा भी सी ते परमेश्वर नूं समझदा भी सी। हालेलुया। जानना ते समझना दोवें बहुत जरूरी है। अज असीं बाइबल का नाम जानते हैं, बाइबल 4 किताबां दी एक बुक है, बाइबल बारे जानते हैं, लेकिन धन्य वो जिहड़े बाइबल नूं समझदे हैं। बोलो हालेलुया। जिहड़े कलाम नूं समझदे भी है, जानने दा बहुत है। तुसीं किसी भी धर्म नाल वाले नाल गल करोगे, वो कहेगा हाँ पवित्र बाइबल भी है, एक क्रिश्चियनां दी किताब है, कहेगा तुहानूं, पर वो समझदा इहनूं नहीं। इसी करके याकूब भी एक जगह पे लिखदा, पढ़िए 4 याकूब 4 जी 1 पढ़िए। लड़ाइयां कित्थों हाँ अते झगड़े कित्थों तुहाडे विच आउंदे हन? हाँ जी अगे कि इत्थों नहीं, हाँ अर्थात हाँ तुहाडे भोग विलासा तो। आ देखो ये चीज़ां साडे दर्शन नूं खराब करदियां परमेश्वर के प्रति। जद्दोजहद इंसान करता है, जब उन्हें पता भी है कि इंसान मैं है कुछ भी नहीं है, पर फिर भी वो जद्दोजहद करता अपनी इच्छावां नूं पूरीआं करन दे लई, कई बार वो परमेश्वर तो भी दूर हो जाता है। हाँ जी अगे ਜਿਹੜੇ ਤੁਹਾਡੀਆਂ हाँ ਗਿਆਨ ਇੰਦਰੀਆਂ ਵਿੱਚ हाँ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ, हाँ ਤੁਸੀਂ ਲੋਭ ਕਰਦੇ ਹੋ हाँ ਅਤੇ ਪੱਲੇ ਕੁਝ ਨਹੀਂ ਪੈਂਦਾ। पल्ले कुछ नहीं पैंदा। सुनो मेरी गल, किन्नी बार इदा हुंदा, अज बहुत सारे नौजवान वो अपनी मन की इच्छा पूरी करने के लिए परमेश्वर तो भी दूर हो जाते, कई बार बहुत चीज़ों को कर लेंगे, लेकिन अखीरो अखीर की रिजल्ट निकलना कुछ भी नहीं। नशा भी कर लिया, ड्रग्स भी कर लिया, सब कुछ कर लिया, सारा कुछ कर लिया, सब गुनाह कर लिया, लेकिन फिर खाली है। यार दोस्त करके माँ बाप छड़े, घर छड़े, सज्जन मित्र अच्छे दोस्त छड़ते, गलत यार दोस्त करके अच्छियां सोसाइटियां छड़ दी, अच्छी पढ़ाई छड़ दी, सब कुछ छड़ता, अच्छा फ्यूचर जो आने वाला सी भी छड़ता एक गलत लोगों के लिए। लेकिन गलत करने बाद मिलिया कि कहता पल्ले तुहाडे कुछ भी नहीं पैंदा, कुछ नहीं कहता पल्ले पैंदा। अगे ਤੁਸੀਂ ਹੱਤਿਆ ਅਤੇ हाँ ਈਰਖਾ ਕਰਦੇ ਹੋ हाँ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। जदोजहद करते हो, मैं क्यों नहीं अगे वादा, मैं इदा क्यों नहीं होता, मेरे लिए इदा क्यों नहीं होता, इदा बहुत कुछ सोचते हैं, परंतु कहता तुहाडे पल्ले कुछ भी नहीं पैंदा। अगे ਤੁਸੀਂ ਝਗੜਾ ਅਤੇ हाँ ਲੜਾਈ ਕਰਦੇ ਹੋ। घरां च भी झगड़े ते लड़ाइयां करते हो। जदोजहद इंसान अज फसिया है, वो जदोजहद करता है, पर ਉਹਦੇ पल्ले फिर भी कुछ नहीं पैंदा। अगे ਤੁਹਾਡੇ ਪੱਲੇ हाँ ਕੁਝ ਨਹੀਂ ਪੈਂਦਾ। लो फिर भी पल्ला फिर भी खाली है। मां ਨੂੰ ਗਲਤ ਬੋਲਿਆ, ਭੈਣ ਨੂੰ ਗਲਤ ਬੋਲਿਆ, ਭਰਾ ਨੂੰ ਗਲਤ ਬੋਲਿਆ, ਭਰਾ ਨੇ ਭੈਣ ਨੂੰ ਗਲਤ ਬੋਲਿਆ, ਭੈਣ ਨੇ ਭਰਾ ਨੂੰ ਗਲਤ ਬੋਲਿਆ, ਔਰ ਬੱਚਿਆਂ ਨੇ ਮਾਂ-ਬਾਪ ਨੂੰ ਟਿੱਪਣੀ ਕੀਤੀ, ਮਾਂ-ਬਾਪ ਨੇ ਬੱਚਿਆਂ ਨੂੰ ਗਲਤ ਬੋਲਿਆ, ਪਰ ਫਿਰ ਵੀ ਝੋਲੀ ਕੀ ਹੈ, ਫਿਰ ਖਾਲੀ ਹੈ। ਕੁਛ ਨਾ ਕੁਛ ਹਾਸਲ ਕਰਨਾ ਚਾਹੁੰਦੇ ਆ, ਲੇਕਿਨ ਫਿਰ ਤੋਂ ਕੀ ਹੋ ਜਾਂਦਾ, ਫਿਰ ਉੱਥੇ ਹੀ ਹੈ। जब असी कुछ हासिल ही नहीं कर पाए तो असी उस लाइफ में छाड़ी क्यों देंगे। फिर जब असी इस गल समझ गए मैं इतने है ही घाह की मान्यता, मैं है ही मिट्टी की मान्यता, मैं है ही कुछ नहीं,
ਜੇ ਸ਼ਾਇਦ ਕਹਿੰਦਾ ਧੂਏ ਦੀ ਮਾਨੀ ਦਾ ਭਾਪ ਦੀ ਮਾਨੀ ਦਾ ਇਨਸਾਨ ਇੱਕ ਜਗ੍ਹਾ ਲਿਖਦਾ ਅਸੀਂ ਹੈ ਹੀ ਕੁਛ ਨਹੀਂ, ਫਿਰ ਅਸੀਂ ਕਿਉਂ ਇੰਨਾ ਜਦੋਜਹਿਦ ਕਰਦੇ ਸੰਸਾਰ ਨੂੰ ਪਾਉਣ ਦੇ ਲਈ, ਸੰਸਾਰ ਨੂੰ ਹਾਸਲ ਕਰਨ ਦੇ ਲਈ ਅਸੀਂ ਕਿਉਂ ਇੰਨਾ ਫਿਰ ਅਸੀਂ ਜਦੋਜਹਿਦ ਕਰਦੇ ਹਾਂ ਅੱਗੇ। ਇਸ ਲਈ ਜੋ ਮੰਗਦੇ ਨਹੀਂ, ਹਾਂ ਤੁਸੀਂ ਮੰਗਦੇ ਹੋ ਹਾਂ ਪਰ ਲੱਭਦਾ ਨਹੀਂ। ਜਿਹੜੀ ਚੀਜ਼ ਮੰਗਣੀ ਚਾਹੀਦੀ ਉਹ ਮੰਗਦੇ ਨਹੀਂ, ਪਰ ਜਿਹੜੀ ਚੀਜ਼ ਮੰਗ ਰਹੇ ਆ ਬਹੁਤ ਜ਼ਿਆਦਾ ਮੰਗ ਰਹੇ ਆ ਉਹ ਤੁਹਾਨੂੰ ਲੱਭਦੀ। ਜੇ ਮੰਗਣਾ ਹੀ ਹੈ ਤਾਂ ਇੱਕ ਗੱਲ ਮੰਗੋ, ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਤੇਰੀ ਮਰਜ਼ੀ ਸਭ ਤੋਂ ਮਹੱਤਵਪੂਰਨ ਹੈ ਤੇ ਤੇਰੀ ਮਰਜ਼ੀ ਪੂਰੀ ਹੋਵੇ, ਤੇਰੀ ਯੋਜਨਾ ਮੇਰੇ ਜੀਵਨ 'ਚ ਪੂਰੀ ਹੋਵੇ ਤੇ ਮੈਂ ਤੇਰੀ ਯੋਜਨਾ ਵਿੱਚ ਲੱਗਾ ਰਹਾਂ। ਏਦਾਂ ਕੌਣ ਪ੍ਰਾਰਥਨਾ ਕਰੇਗਾ? ਏਦਾਂ ਕੌਣ ਸੋਚੇਗਾ? ਅੱਗੇ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ, ਕਿਉਂਕਿ ਮੰਗਣੇ ਬਦਨੀਤੀ ਨਾਲ ਹੈ, ਇਸ ਕਰਕੇ ਕੁਝ ਮਿਲਦਾ ਵੀ ਨਹੀਂ ਹੈ, ਝੋਲੀ ਫੇਰ ਖਾਲੀ ਨਹੀਂ ਖਾਲੀ ਹੈ। ਅੱਗੇ ਪਈ ਆਪਣਿਆਂ ਭੋਗ ਵਿਲਾਸਾਂ ਵਿੱਚ ਹਾਂ ਉਡਾ ਦਿਓ। ਹਾਂਜੀ ਅੱਗੇ हे ਵਿਚਾਰੋ ਹਾਂ ਕੀ ਤੁਹਾਨੂੰ ਮਾਲੂਮ ਨਹੀਂ, ਜਿਹੜੇ ਲੋਕ ਸੰਸਾਰ ਨਾਲ ਜੁੜ ਕੇ ਰਹਿੰਦੇ ਆ, ਜਿਹੜੇ ਸੰਸਾਰ ਨੂੰ ਹਾਸਲ ਕਰਨਾ ਚਾਹੁੰਦੇ, ਯਾਕੂਬ ਉਹਨਾਂ ਨੂੰ ਪਤਾ ਕੀ ਕਹਿੰਦਾ, ਯਸ਼ਾਇਆ ਪਤਾ ਕੀ ਕਹਿੰਦਾ, ਇਨਸਾਨ ਕੀ ਹੈ? ਘਾਹ ਆ ਤੇ ਇਨਸਾਨ ਕੀ ਹੈ? ਫੁੱਲ ਵਾਂਗੂ ਕਮਲਾ ਜਾਂਦਾ ਹੈ। ਹੁਣ ਯਾਕੂਬ ਕਹਿੰਦਾ ਤੁਸੀਂ ਨਹੀਂ ਜਾਣਦੇ, हे व्यभिचारिणो ਤੁਸੀਂ ਨਹੀਂ ਜਾਣਦੇ। ਅੱਗੇ ਭਈ ਸੰਸਾਰ ਦਾ ਮਿੱਤਰ ਚਾਰਾ, ਭਈ ਸੰਸਾਰ ਦਾ ਮਿੱਤਰ ਚਾਰਾ ਪਰਮੇਸ਼ਰ ਦਾ ਵੈਰ ਹੈ। ਪਰਮੇਸ਼ਰ ਦੇ ਨਾਲ ਵੈਰ ਹੈ। ਜਿਹੜਾ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ, ਸੰਸਾਰ ਨੂੰ ਹਾਸਲ ਕਰਨਾ ਚਾਹੁੰਦਾ, ਉਹ ਪਰਮੇਸ਼ਰ ਦਾ ਵੈਰੀ ਬਣਿਆ ਹੋਇਆ ਹੈ। ਪ੍ਰਭੂ ਯਿਸੂ ਮਸੀਹ ਨੇ ਇੱਕ ਜਗ੍ਹਾ ਤੇ ਗੱਲ ਬੋਲੀ, ਕਹਿੰਦਾ ਤੁਸੀਂ ਪਰਮੇਸ਼ਵਰ ਤੇ ਸੰਸਾਰ ਦੀ ਸੇਵਾ ਇਕੱਠਿਆਂ ਨਹੀਂ ਕਰ ਸਕਦੇ। ਫਿਰ ਜਗ੍ਹਾ ਤੇ ਲਿਖਦਾ, ਕਹਿੰਦਾ ਤੁਸੀਂ ਪੈਸੇ ਦੀ ਤੇ ਪ੍ਰਭੂ ਦੀ ਸੇਵਾ ਨਹੀਂ ਕਰ ਸਕਦੇ। ਇੱਕ ਵਿਅਕਤੀ ਹੈ, ਕਹਿੰਦਾ ਮੈਨੂੰ ਇਜਾਜ਼ਤ ਦੇ ਮੈਂ ਤੇਰੇ ਪਿੱਛੇ ਆ ਜਾਊਂਗਾ, ਤੇ ਪ੍ਰਭੂ ਨੇ ਕਿਹਾ ਚੱਲ ਆ ਜਾ। ਕਹਿੰਦਾ ਪਰ ਇਹ ਮੈਨੂੰ ਆਗਿਆ ਦੇ ਕਿ ਮੇਰਾ ਪੇ ਮਰ ਗਿਆ, ਮੈਂ ਉਹਨੂੰ ਦੱਬ ਕੇ ਆ ਜਾਵਾਂ। ਕਹਿੰਦਾ ਉਹਨੂੰ ਮੁਰਦੇ ਆਪਣੇ ਜਿਹੜਾ ਉਹਦਾ ਮੁਰਦੇ ਆ, ਜਿਹੜੇ ਉਹਨੂੰ ਦੱਬਣ ਤੋੜੇ ਆ, ਉਹ ਵੀ ਨਹੀਂ ਪਹੁੰਚ ਜਾਣਦੇ, ਉਹ ਵੀ ਮੁਰਦੇ ਹੀ ਆ। ਮੁਰਦੇ ਨੂੰ ਆਪਣੇ ਮੁਰਦੇ ਦੱਬ ਲੈਂਦੇ, ਤੂੰ ਮੇਰੇ ਪਿੱਛੇ ਆ ਜਾ ਜੇ ਜ਼ਿੰਦਗੀ ਪਾਉਣੀ ਹੈ। ਉੱਥੇ ਲਿਖਦਾ ਫਿਰ ਕਹਿੰਦਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਉਹ ਆਪਣੇ ਆਪ ਦਾ ਕਰੇ, ਇਨਕਾਰ ਕਰੇ। ਯਾਕੂਬ ਲਿਖਦਾ, ਕਹਿੰਦਾ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਦੇ ਨਾਲ ਦੋਸਤੀ ਪਰਮੇਸ਼ਰ ਦੇ ਨਾਲ ਵੈਰ ਹੈ। ਅੱਗੇ ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ, ਜੇ ਕੋਈ ਘਾਹ ਫੁੱਲ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਤਾਂ ਇੱਕ ਦਿਨ ਘੁੰਮੜਾ ਜਾਏਗਾ, ਬਿਨਾ ਪਰਮੇਸ਼ਰ ਤੋਂ ਸੁੱਕ ਜਾਏਗਾ, ਬਿਨਾ ਪਰਮੇਸ਼ਰ ਤੋਂ ਝੜ ਜਾਏਗਾ, ਬਿਨਾ ਪਰਮੇਸ਼ਰ ਤੋਂ ਉਹਦਾ ਵਜੂਦ ਕੀ ਹੋ ਜਾਏਗਾ? ਖਤਮ ਹੋ ਜਾਏਗਾ। ਜੇ ਕੋਈ ਸੰਸਾਰ ਦਾ ਹੋਣਾ ਚਾਹੁੰਦਾ ਹੈ, ਜੇ ਕੋਈ ਸੰਸਾਰ ਨੂੰ ਪਾਉਣਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਪਰਮੇਸ਼ਰ ਦਾ ਕੀ ਬਣਾਉਂਦਾ ਹੈ? ਵੈਰੀ ਬਣਾਉਂਦਾ ਹੈ। ਇੱਕ ਬੰਦੇ ਅੰਦਰ ਅਭਿਲਾਸ਼ਾ ਆਈ ਕਿ ਮੈਂ ਧਰਤੀ ਦਾ ਸਾਰਾ ਸੋਨਾ ਇਕੱਠਾ ਕਰਨਾ। ਬੋਲੋ ਕੀ ਇਕੱਠਾ ਕਰਨਾ? ਬੋਲੋ ਕੀ ਇਕੱਠਾ ਕਰਨਾ? ਉਹਨੇ ਵਰਦਾਨ ਮੰਗਿਆ ਰੱਬ ਤੋਂ, ਕਹਿੰਦਾ ਰੱਬਾ ਮੈਂ ਜਿਹੜੀ ਚੀਜ਼ ਨੂੰ ਫੜਾਂ, ਮੈਂ ਸਾਰੇ ਪਾਸੇ ਮੈਨੂੰ ਸੋਨਾ ਹੀ ਚਾਹੀਦਾ ਬਸ। ਰੱਬ ਨੇ ਕਿਹਾ ਕਰੀ ਹੋਰ ਸੋਚ ਲਾ। ਫਿਰ ਕਹਿੰਦਾ ਨਹੀਂ ਮੈਂ ਸੋਚ ਲਿਆ, ਮੈਨੂੰ ਸੋਨਾ ਚਾਹੀਦਾ। ਕਹਿੰਦਾ ਠੀਕ ਹੈ ਫਿਰ ਜਾ। ਉਹ ਹੁਣ ਜੇ ਗਲਾਸ ਫੜਨ ਲਗਾ, ਖਾਲੀ ਗਲਾਸ ਫੜਿਆ, ਉਹ ਵੀ ਸੋਨੇ ਦਾ ਹੋ ਗਿਆ। ਬੜਾ ਖੁਸ਼ ਹੋਇਆ, ਕਹਿੰਦਾ ਮੇਰੇ ਕੋਲ ਸੋਨੇ ਦਾ ਗਲਾਸ ਹੋ ਗਿਆ। ਉਹ ਕੁਰਸੀ ਟੇਬਲ ਫੜਿਆ, ਇਦਾਂ ਟੇਬਲ ਸਾਰਾ ਸੋਨੇ ਦਾ ਹੋ ਗਿਆ। ਉਹਨੇ ਜਿੱਥੇ ਜਿੱਥੇ ਟੱਚ ਕੀਤਾ, ਉਹਦੇ ਟੱਚ ਨਾਲ ਉਹ ਚੀਜ਼ ਸੋਨੇ ਦੀ ਹੋ ਗਈ। ਉਹ ਫਲ ਰੋਟੀ ਖਾਣ ਲੱਗਾ, ਰੋਟੀ ਵੀ ਸੋਨੇ ਦੀ ਬਣ ਗਈ। ਹੁਣ ਦੇਖੋ ਸੋਨਾ ਖਾ ਸਕਦੇ ਤੁਸੀਂ? ਖਾਣ ਲਈ ਕੀ ਚਾਹੀਦੀ ਹੈ? ਰੋਟੀ ਚਾਹੀਦੀ ਹੈ। ਅੱਛਾ ਫੇਰ ਕਹਿੰਦੇ ਚਲੋ ਰੋਟੀ, ਮੈਂ ਪਾਣੀ ਪੀ ਕੇ ਦੇਖਦਾ। ਹੁਣ ਪਾਣੀ ਨੂੰ ਹੱਥ ਲਾਇਆ, ਪਾਣੀ ਵੀ ਸੋਨਾ ਬਣ ਗਿਆ। ਹੁਣ ਭੁੱਖ ਵੀ ਲੱਗੀ ਅੰਦਰ, ਹੁਣ ਕੀ ਕਰੇ? ਉਹਨੂੰ ਟੈਨਸ਼ਨ ਹੋਣ ਲੱਗ ਪਈ, ਮੈਂ ਕੀ ਕਰੂੰਗਾ? ਜਿਹੜੀ ਉਸ ਬੋਡੀ ਨਾਲ ਚੀਜ਼ ਟੱਚ ਹੁੰਦੀ ਉਹ ਸੋਨਾ ਬਣ ਰਹੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਭਿਲਾਸ਼ਾ ਬੰਦੇ ਨੂੰ ਕਿੱਥੇ ਤੱਕ ਲੈ ਜਾਂਦੀ ਹੈ।
ਤੇ ਅਖੀਰ ਇਹਦਾ ਨਤੀਜਾ ਕੀ ਨਿਕਲਦਾ ਹੈ? ਇਹ ਸੰਸਾਰ ਦੀ ਭੁੱਖ ਪਿਆਸ ਜਿਹੜੀ ਨਾ, ਇਹ ਕਦੇ ਮਿਟਣ ਵਾਲੀ ਪਿਆਸ ਨਹੀਂ ਹੈ। ਇਹ ਤੁਹਾਨੂੰ ਜੀ ਮੈਂ ਤਸਵੀਰ ਦਿਖਾ ਰਿਹਾ ਹਾਂ। ਇੱਕ ਛੋਟੀ ਜਿਹੀ ਕੁੜੀ ਜਿਹੜੀ ਆਪਣੇ ਪਾਪਾ ਨਾਲ ਬੜਾ ਪਿਆਰ ਕਰਦੀ ਸੀ, ਉਹ ਵੀ ਆਪਣੀ ਕੁੜੀ ਨਾਲ ਬੜਾ ਪਿਆਰ ਕਰਦਾ ਸੀ। ਹੁਣ ਉਹ ਪੜ੍ਹ ਕੇ ਆ ਰਹੀ ਹੈ, ਉਹ ਆਪਣੇ ਪਾਪਾ ਨੂੰ ਮਿਲਦੀ ਆ ਕੇ। ਹੁਣ ਉਹਦੇ ਦਿਮਾਗ 'ਚ ਆ ਗਈ ਕਿ ਜੇ ਮੈਂ ਕੁੜੀ ਨੂੰ ਹੱਥ ਲਾ ਲਿਆ ਤੇ ਕੁੜੀ ਨਾਲ ਕਿਤੇ ਸੋਨੇ ਦੀ ਬਣ ਜਾਵੇ, ਕਿਉਂਕਿ ਵਰਦਾਨ ਹੀ ਤਾਂ ਉਹਨੇ ਮੰਗ ਲਿਆ। ਜਿਹੜੀ ਚੀਜ਼ ਛੂ ਰਿਹਾ, ਟੇਬਲ ਛੂ ਰਿਹਾ, ਕੌਲੀਆਂ ਪਲੇਟਾਂ ਸਭ ਸੋਨੇ ਦਾ ਬਣਾ ਲਿਆ ਉਹਨੇ, ਪੂਰਾ ਮਹਿਲ ਸੋਨਾ ਇਕੱਠਾ ਹੋ ਗਿਆ। ਹੁਣ ਕੁੜੀ ਭੱਜੀ ਆ ਰਹੀ ਉਹਦੇ ਵੱਲ, ਕਹਿੰਦਾ ਮੇਰੇ ਕੋਲ ਨਾ, ਕਹਿੰਦੀ ਪਾਪਾ ਮੈਂ ਤੇਰੇ ਕੋਲ ਆਉਣਾ ਹੀ ਆਉਣਾ। ਉਹਨੇ ਕੁੜੀ ਨੂੰ ਟੱਚ ਹੋ ਗਿਆ, ਕੁੜੀ ਦੀ ਕੀ ਬਣ ਗਈ? ਕੁੜੀ ਵੀ ਸੋਨੇ ਦੀ ਬਣ ਗਈ। ਹੁਣ ਕੀ ਕਰੇ? ਹੁਣ ਉਹਨੂੰ ਪਤਾ ਲੱਗਾ ਕਿ ਸੋਨਾ ਹੀ ਸਭ ਕੁਝ ਨਹੀਂ ਹੈ। ਕੁਛ ਮੇਰੇ ਰਿਸ਼ਤੇ ਵੀ ਮੈंने ਰੱਖਦੇ ਸੀ। ਹੁਣ ਫਿਰ ਪ੍ਰਾਰਥਨਾ ਕਰਦਾ ਪਿਆ, ਪ੍ਰਭੂ ਮੈਨੂੰ ਮਾਫ ਕਰ ਦੇ, ਇਹ ਤਾਂ ਮੈਂ ਗਲਤ ਡਿਸੀਜਨ ਲੈ ਲਿਆ ਹੈ। ਤੁਹਾਨੂੰ ਪਤਾ ਜਦੋਂ ਆਪਾਂ ਉਤਪਤੀ ਦੀ ਕਿਤਾਬ ਪੜ੍ਹਦੇ ਉੱਥੇ ਸਾਨੂੰ ਲੂਤ ਦੀ ਸਟੋਰੀ ਮਿਲਦੀ ਇੱਕ ਜਗ੍ਹਾ ਤੇ ਲਿਖਿਆ, ਜਦੋਂ ਅਬਰਾਹਮ ਤੋਂ ਲੂਤ ਅਲੱਗ ਹੋਇਆ, ਉਹਨੇ ਆਪਣੇ ਲਈ ਇੱਕ ਇਦਾਂ ਦਾ ਹਿੱਸਾ ਚੁਣ ਲਿਆ ਜਿਹੜਾ ਦੇਖਣ ਨੂੰ ਯਹੋਵਾ ਦੇ ਬਾਗ ਵਰਗਾ ਸੀ ਪਰ ਹੈ ਨਹੀਂ ਸੀ। ਉਹਦੀਆਂ ਅੱਖਾਂ ਨੂੰ ਧੋਖਾ ਦਿੱਤਾ ਗਿਆ। ਇੱਕ ਸ਼ਕਤੀ ਨੇ ਉਹਦੀਆਂ ਅੱਖਾਂ ਨੂੰ ਧੋਖਾ ਦਿੱਤਾ ਹੈ। ਤੂੰ ਆ ਬਾਗ ਚੁਣ ਲੈ, ਇੱਥੇ ਬੜਾ ਤੇਰੇ ਪਸ਼ੂਆਂ ਵਾਸਤੇ, ਤੇਰੇ ਜਾਨਵਰਾਂ ਵਾਸਤੇ ਇੱਥੇ ਬਹੁਤ ਖਾਣਾ ਹੈ, ਬੜਾ ਘਾਹ ਬੂਟੇ ਬਹੁਤ ਹੈ ਇੱਥੇ, ਇਹ ਹਿੱਸਾ ਚੁਣ ਲੈ। ਉਹਨੇ ਉਹ ਹਿੱਸਾ ਚੁਣ ਲਿਆ, ਲੇਕਿਨ ਉੱਥੇ ਦੇ ਜਿਹੜੇ ਲੋਕ ਸੀਗੇ ਉਹ ਕੀ ਸੀ? ਲਿਖਿਆ ਸ਼ੈਤਾਨੀ ਦੁਸ਼ਟ ਲੋਕ ਸੀ, ਪਰਮੇਸ਼ਰ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ। ਹੁਣ ਆਪਣੇ ਲਈ ਉਹ ਹਿੱਸਾ ਚੁਣ ਲਿਆ। ਹੁਣ ਆਪਣੇ ਕੀਤੇ ਦੇ ਅੱਗੇ ਜਾ ਕੇ ਜਦੋਂ ਪੜ੍ਹਦੇ ਆ, ਫਿਰ ਉਹ ਪਛਤਾਉਣ ਲੱਗਾ ਮੈਂ ਕੀ ਕਰ ਲਿਆ। ਸ਼ੈਤਾਨ ਕਈ ਵਾਰੀ ਸਾਨੂੰ ਇਦਾਂ ਦੀਆਂ ਚੀਜ਼ਾਂ ਦਿਖਾਏਗਾ ਜਿਹੜੀਆਂ ਅਸਲ ਨਹੀਂ ਹੈ, ਜਿਹੜੀਆਂ ਬਨੌਟੀ ਹੈ। ਇਨਸਾਨ ਉਹਦੇ ਪਿੱਛੇ ਭੱਜਦਾ ਹੈ ਤੇ ਆਪਣੇ ਜੀਵਨ ਦਾ ਕੀ ਬਣਾਉਂਦਾ ਹੈ? ਨਾਸ਼ ਕਰਦਾ ਹੈ, ਆਪਣੇ ਜੀਵਨ ਨੂੰ ਨਾਸ਼ ਦੇ ਵੱਲ ਲੈ ਕੇ ਜਾਂਦਾ ਹੈ। ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਪ੍ਰਤੀ ਦਿਨ ਉਹਦਾ ਵਚਨ ਪੜ੍ਹੋ, ਪਰਮੇਸ਼ਰ ਨੂੰ ਸਮੇਂ ਦਿਓ, ਆਪਣੀ ਜ਼ਿੰਦਗੀ ਨੂੰ ਉਹਦੇ ਨਾਲ ਬਤੀਤ ਕਰੋ, ਤੁਸੀਂ ਸਦਾ ਲਈ ਉਹਦੇ ਵਿੱਚ ਕਾਇਮ ਰਹੋਗੇ। ਹਾਲੇਲੂਇਆ। ਲਿਖਿਆ ਧੰਨਿਆ ਉਹ, ਪੜ੍ਹੀਏ ਇੱਕ ਆਪਾਂ ਆਇਤ ਪੜਾਂਗੇ, ਉਸ ਤੋਂ ਬਾਅਦ ਆਪਾਂ ਬੰਦ ਕਰਾਂਗੇ। ਮੱਤੀ ਦੀ ਅੰਜੀਲ ਉਹਦਾ 5 ਅਧਿਆਇ ਪੜ੍ਹੀਏ। 5 ਮੱਤੀ 5 ਅਧਿਆਇ ਉਹਦਾ 6 ਵਚਨ ਪੜ੍ਹੀਏ। ਦੇਖੀਏ ਪਰਮੇਸ਼ਰ ਦਾ ਵਚਨ ਇੱਥੇ ਕੀ ਗੱਲ ਕਰਦਾ ਹੈ। ਪੜ੍ਹੀਏ ਮੱਤੀ 5 ਅਧਿਆਇ ਦਾ 6ਵਾਂ ਵਚਨ। ਧੰਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਧਿਆਏ ਹਨ। ਬੋਲੋ ਹਾਲੇਲੂਇਆ। ਬਾਈਬਲ ਦੱਸਦੀ ਆ ਉਹ ਧੰਨਿਆ ਜਿਹੜੇ ਧਰਮ ਦੇ ਭੁੱਖੇ ਦੇ ਕੀ ਹੈ। ਅਸੀਂ ਕਾਹਦੇ ਭੁੱਖੇ ਦੇ ਪਿਆਸੇ ਹੋਣਾ? ਧਰਮ ਦੇ, ਪਰਮੇਸ਼ਰ ਦੇ ਰਾਜ ਦੀ ਪਿਆਸ ਸਾਡੇ ਅੰਦਰ ਹੋਣੀ ਚਾਹੀਦੀ ਹੈ। ਵਚਨ ਦੀ ਪਿਆਸ, ਵਚਨ ਦੀ ਧਾਰਮਿਕਤਾ, ਪ੍ਰਭੂ ਦੀ ਧਾਰਮਿਕਤਾ, ਵਚਨ ਜੋ ਸਿਖਾਉਂਦਾ ਵਹੀ ਧਾਰਮਿਕਤਾ। ਜਦੋਂ ਅਸੀਂ ਭੁੱਖੇ ਤੇ ਪਿਆਸੇ ਹੋਵਾਂਗੇ ਤੇ ਵਚਨ ਦੱਸਦਾ ਅੱਗੇ ਕੀ ਲਿਖਿਆ? ਕਿਉਂ ਜੋ ਉਹ ਰਜਾਏ ਜਾਣਗੇ। ਬੋਲੋ ਹਾਲੇਲੂਇਆ। ਹਾਲੇਲੂਇਆ। ਜਿਹੜੇ ਪਰਮੇਸ਼ਰ ਦੇ ਭੁੱਖੇ ਤੇ ਪਿਆਸੇ ਆ, ਵਚਨ ਦੇ ਭੁੱਖੇ ਤੇ ਪਿਆਸੇ ਆ, ਧਾਰਮਿਕਤਾ ਦੇ ਜਿਨ੍ਹਾਂ ਅੰਦਰ ਭੁੱਖ ਹੈ ਤੇ ਪਿਆਸ ਹੈ, ਉਹ ਕੀ ਹੋ ਜਾਣਗੇ? ਉਹ ਰਜਾਏ ਜਾਣਗੇ। ਨਾ ਕਿ ਸੰਸਾਰ ਦੀ ਭੁੱਖ ਪਿਆਸ ਰੱਖਣ ਵਾਲੇ ਲੋਕ। ਉਹਨਾਂ ਬਾਰੇ ਲਿਖਿਆ ਆਪਾਂ ਪਹਿਲਾਂ ਪੜ੍ਹ ਕੇ ਆਏ ਆ। ਜਿਹੜਾ ਵਿਅਕਤੀ ਸੰਸਾਰ ਦੀ ਭੁੱਖ ਤੇ ਪਿਆਸ ਰੱਖਦਾ ਹੈ, ਉਹ ਵਿਅਕਤੀ ਪਰਮੇਸ਼ਰ ਦਾ ਕੀ ਹੈ? ਵੈਰੀ ਹੈ। ਉਹ ਭਾਵੇਂ ਹਾਲੇਲੂਇਆ ਬੋਲੇ, ਭਾਵੇਂ ਉਹ ਜੈਮਸੀਡੀ ਬੋਲੇ, ਚਾਹੇ ਉਹ ਨਾਰੇ ਲਾਵੇ, ਚਾਹੇ ਉਹ ਜਕਾਰੇ ਲਾਵੇ, ਚਾਹੇ ਉਹ ਗੀਤ ਗਾਵੇ, ਚਾਹੇ ਉਹ ਕੋਈ ਕੁਛ ਵੀ ਕਰੇ, ਜਿਹੜਾ ਪ੍ਰਭੂ ਦੇ ਵਿੱਚ ਨਹੀਂ ਹੋ ਕੇ ਵੀ ਸੰਸਾਰ ਨੂੰ ਹਾਸਲ ਕਰਨਾ ਚਾਹੁੰਦਾ ਹੈ, ਉਹ ਸੰਸਾਰ ਦਾ ਮਿੱਤਰ ਹੈ ਤੇ ਪਰਮੇਸ਼ਰ ਦਾ ਕੀ ਹੈ? ਵੈਰੀ ਹੈ। ਭਾਵੇਂ ਉਹ ਪ੍ਰਭੂ ਦੀ ਮਹਿਮਾ ਕਰਦਾ ਹੈ, ਲੇਕਿਨ ਜੇ ਸੰਸਾਰ ਨੂੰ ਪਾ ਕੇ ਪ੍ਰਭੂ ਦੀ ਮਹਿਮਾ ਕਰਦਾ ਹੈ ਤੇ ਉਹ ਅਸਲ ਵਿੱਚ ਜਿਹਦੀ ਆਰਾਧਨਾ ਕਰ ਰਿਹਾ ਉਹਦਾ ਹੀ ਉਹ ਵੈਰੀ ਹੋਇਆ ਹੈ। ਜਿਸ ਮਾਲਿਕ ਨੇ ਜਿਹਨੂੰ ਉਹਨੂੰ ਬਚਾਉਣਾ ਸੀ, ਉਸੇ ਮਾਲਿਕ ਦੇ ਅਗੇਂਸਟ ਹੋ ਕੇ ਚੱਲਣ ਡਿਆ ਹੈ, ਜਿਹੜਾ ਸੰਸਾਰ ਨੂੰ ਹਾਸਲ ਕਰਨਾ ਚਾਹੁੰਦਾ ਹੈ। ਪ੍ਰਭੂ ਯਿਸੂ ਨੇ ਕਿਹਾ ਕਿ ਧੰਨ ਆ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਤੇ ਪਿਆਸੇ ਹੈ, ਉਹ ਕੀ ਕੀਤੇ ਜਾਣਗੇ ਜੀ? ਉਹ ਤ੍ਰਿਪਤ ਕੀਤੇ ਜਾਣਗੇ। ਅੱਜ ਅਸੀਂ ਆਪਣੇ ਵਿੱਚ ਇਹ ਚੈੱਕ ਕਰਨਾ ਹੈ, ਮੇਰੇ ਅੰਦਰ ਕਿਹੜੀ
गल की भुख है, मेरे अंदर किहड़ी गल की प्यास है। कि मैं परमेश्वर का भुखा हाँ या मैं परमेश्वर का प्यासा हाँ या मैं संसार का प्यासा हाँ, संसार का भुखा हाँ। जे असीं संसार के भुखे के प्यासे हाँ तो लिखा है तुसीं परमेश्वर के की हो, वैरी हो। परंतु जे तुसीं परमेश्वर के भुखे के प्यासे हो, ओदी धार्मिकता नूं लभ रहे हो, ओदे वचन नूं सीख रहे हो, फिर तुसीं की हो, फिर तुसीं परमेश्वर तुहानूं तृप्त करेगा। तुसीं प्रभु की आराधना करने वाले लोग बनोगे, तुसीं परमेश्वर के लोग कहोगे, परमेश्वर तुहानूं तृप्त करेगा। आज ही अपने आप एक फैसला करिए कि प्रभु मेरी प्यास नूं सही कर, मेरी भुख नूं अंदरों सही कर।